अस्सलाम वालेकुम की हाल है जी तुहाडा। उम्मीद है तुसीं ठीक होने आ। तुहानूं पता कि पाकिस्तान जो आज़ाद होया तो उदों बहुत सारे लोग मारे गए, कतलो गारत हुई। एक टाइम सीगा कि लोगों को ये यकीन ही नहीं सीगा कि पाकिस्तान बनेगा या नहीं बनेगा। उस टाइम च बहुत सारे मुसलमान जिहड़े सीगे वो बार्डरों पार चढ़ते पंजाब च बैठे सीगे ते बहुत सारे सिख जिहड़े सीगे वो लहंदे पंजाब च बैठे सी। जो ऐलान होया 14 अगस्त 1947 च ते ਜਿਹੜੇ ਲਹਿੰਦੇ ਪੰਜਾਬ 'ਚ ਸਿੱਖ ਬੈਠੇ ਸੀਗੇ ਉਹ ਚੜ੍ਹਦੇ ਪੰਜਾਬ ਵੱਲ ਨੂੰ ਟੁਰ ਪਏ ਤੇ ਚੜ੍ਹਦੇ ਪੰਜਾਬ ਵਾਲੇ ਜਿਹੜੇ ਮੁਸਲਮਾਨ ਸੀਗੇ ਉਹ ਲਹਿੰਦੇ ਪੰਜਾਬ ਵੱਲ ਨੂੰ ਟੁਰ ਪਏ। ਹੁਣ ਸਾਰਿਆਂ ਦੋਨਾਂ ਪਾਸੇ ਦੇ ਲੋਕ ਜਿਹੜੇ ਸੀ ਨਾ ਇਹਨਾਂ ਨੂੰ ਇਹੀ ਸੀਗਾ ਕਿ ਅਸੀਂ ਥੋੜੇ ਦਿਨ ਉਧਰ ਰਹਿਣਾ ਤੇ ਮੁੜ ਕੇ ਵਾਪਸ ਆ ਜਾਣਾ, ਕਿਉਂਕਿ ਉਹ ਆਪਸ ਦੇ ਵਿੱਚ ਇੰਨੇ ਕੁ ਪਿਆਰ ਮੁਹੱਬਤ ਨਾਲ ਰਹਿ ਰਹੇ ਸੀ ਉੱਥੇ, ਉਹ ਆਪਣੇ ਘਰ-ਬਾਰ ਨੂੰ ਛੱਡਣਾ ਹੀ ਨਹੀਂ ਚਾਹੁੰਦੇ ਸੀਗੇ। ਇਸੇ ਦੌਰਾਨ ਜਿਹੜੇ ਸਿੱਖ ਸੀ ਨਾ ਉਹ ਜ਼ਿਆਦਾਤਰ ਅਮੀਰ ਫੈਮਲੀਆਂ ਨਾਲ ਤਲਕ ਰੱਖਦੇ ਸੀਗੇ, ਕਿਉਂਕਿ ਉਹਨਾਂ ਦੇ ਕੋਲ ਕਾਰੋਬਾਰ ਸੀਗੇ, ਆੜਤੀਏ ਜਿਹਨੂੰ ਕਹਿੰਦੇ ਆ ਉਹ ਕੰਮ ਸੀਗੇ ਉਹਨਾਂ ਦੇ, ਪੈਸਾ ਉਹਨਾਂ ਕੋਲ ਖੁੱਲ੍ਹਾ ਸੀਗਾ। ਤੇ ਜਦੋਂ ਲਹਿੰਦੇ ਪੰਜਾਬ ਦੇ ਵਿੱਚੋਂ ਸਿੱਖ ਜਿਹੜੇ ਨਾ ਪਾਕਿਸਤਾਨ ਚੋਂ ਜਿਹੜਾ ਪਾਕਿਸਤਾਨ ਬਣ ਚੁੱਕਿਆ ਸੀਗਾ ਹਿੰਦੁਸਤਾਨ ਵੱਲ ਨੂੰ ਤੁਰੇ ਆ ਤੇ ਉਹਨਾਂ ਦੇ ਕੋਲ ਜਿਹੜੀ ਦੌਲਤ ਵਗੈਰਾ ਸੀ ਉਹ ਨਾਲ ਨਹੀਂ ਚੱਕੀ। ਉਹਨਾਂ ਨੇ ਕਿਹਾ ਜੇ ਨਾਲ ਚੱਕਾਂਗੇ ਤੇ ਰਾਹ 'ਚ ਡਾਕੂ ਪੈ ਜਾਣਗੇ ਜਾਂ ਜਿਵੇਂ ਕਤਲੋ ਗਾਰਤ ਹੋ ਰਹੀ ਸੀ ਤੇ ਉਹ ਖੋਹ ਲੈਣਗੇ। ਉਹਨਾਂ ਨੇ ਕੀ ਕੀਤਾ, ਉਹ ਸਮਝਦਾਰ ਸੀਗੇ, ਉਹਨਾਂ ਨੇ ਇਹ ਸਮਝਿਆ ਕਿ ਜਿਹੜੇ ਮੁਸਲਮਾਨ ਆ ਨਾ ਉਹ ਕਬਰਾਂ ਦਾ ਬੜਾ ਇਹਤਰਾਮ ਕਰਦੇ ਆ। ਉਹਨਾਂ ਨੇ ਰਾਤੋਂ ਰਾਤ ਆਪਣੀਆਂ ਜ਼ਮੀਨਾਂ ਦੇ ਵਿੱਚ ਖੁਦਾਈ ਕੀਤੀ, ਖੁਦਾਈ ਕਰਕੇ ਤੇ ਉੱਥੇ ਆਪਣੇ ਉਹ ਜ਼ੇਵਰਾਤ ਵਗੈਰਾ ਜਿਹੜੇ ਉਹ ਦਫਨ ਕੀਤੇ। ਇਹ ਇੱਕ ਮਿਸਾਲ ਨਹੀਂ, ਅੱਜ ਜਿਹੜੀ ਮੈਂ ਮਿਸਾਲ ਦੇਣ ਲੱਗਾ ਇਹ ਅੱਜ ਤੋਂ 2 ਦਿਨ ਪਹਿਲੇ ਦੀ ਕਸੂਰ 'ਚ ਹੋਈ ਆ, ਲੇਕਿਨ ਇਸ ਤੋਂ ਇਲਾਵਾ ਬਹੁਤ ਸਾਰੇ ਇਲਾਕਿਆਂ 'ਚ ਇਹ ਕੰਮ ਹੋ ਚੁੱਕਿਆ। ਅੱਛਾ, ਉਹਨਾਂ ਨੇ ਦਫਨ ਕਰਤੇ, ਦਫਨ ਕਰਕੇ ਉਹ ਜਿਹੜੀ ਜਗ੍ਹਾ ਸੀ ਉਹਨੂੰ ਇੱਕ ਕਬਰ ਦੀ ਸ਼ਕਲ ਦੇ ਦਿੱਤੀ, ਉੱਤੇ ਕੋਈ ਫੱਟੀ ਵੀ ਲਾਤੀ ਕਿਸੇ ਦੇ ਨਾਂ ਦੀ, ਤੇ ਉਹਨਾਂ ਨੇ ਨਿਸ਼ਾਨੀ ਰੱਖ ਲਈ ਕਿ ਇਸ ਜਗ੍ਹਾ ਤੇ ਅਸੀਂ ਇਹਨੂੰ ਦਫਨ ਕਰਕੇ ਚੱਲੇ ਆ। ਹੁਣ ਜਦੋਂ ਹਾਲਾਤ ਬਦਲ ਗਏ, ਉਧਰ ਚਲੇ ਗਏ, ਮੁੜ ਕੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਤੇ ਜਿਹੜੇ ਇੱਧਰ ਮੁਸਲਮਾਨ ਆਏ ਸੀ ਨਾ ਉਹਨਾਂ ਨੂੰ ਇਹੀ ਹੁੰਦਾ ਸੀਗਾ ਕਿ ਯਾਰ ਇਹ ਜਿਹੜੀ ਇਕੱਲੀ ਕਬਰ ਹੈ ਇੱਕ ਜੰਗਲ ਦੇ ਵਿੱਚ ਆ, ਇਹ ਕਿਸੇ ਬਜ਼ੁਰਗ ਦੀ ਆ। ਹੁਣ ਇਸੇ ਤਰ੍ਹਾਂ ਹੀ ਉਸਮਾਨ ਵਾਲਾ ਡਾਕਖਾਨਾ ਕਸੂਰ ਦੇ ਵਿੱਚ, ਉੱਥੇ ਇੱਕ ਪੀਰ ਸਾਹਿਬ ਸੀਗੇ ਵਾਹ ਸ਼ਾਹ ਉਹਨਾਂ ਦਾ ਨਾਂ ਰੱਖਿਆ ਸੀਗਾ, ਤੇ ਉਹਨਾਂ ਦਾ ਬਕਾਇਦਾ ਦਰਬਾਰ ਵੀ ਬਣਾਇਆ ਗਿਆ ਸੀਗਾ। ਉੱਥੇ 11ਵੀਂ ਦਾ ਚੜਾਵਾ ਵੀ ਚੜ੍ਹਦਾ ਸੀਗਾ, ਖਤਮ ਦਰੂਦ ਵੀ ਹੁੰਦਾ ਸੀਗਾ, ਉਹਨਾਂ ਦੀ ਬਰਸੀ ਵੀ ਇੱਕ ਅੰਦਾਜ਼ੇ ਦੇ ਨਾਲ ਹੀ ਮਨਾਈ ਜਾਂਦੀ ਸੀਗੀ, ਤੇ ਉਹ ਪੂਰਾ ਪ੍ਰੋਟੋਕੋਲ ਉੱਥੇ ਲੱਗਾ ਸੀਗਾ। ਅੱਜ ਤੋਂ 2 ਦਿਨ ਪਹਿਲੇ ਕੁਝ ਸਿੱਖ ਜਿਹੜੇ ਆ ਰਾਤ ਦੇ ਟਾਈਮ ਆਏ ਆ, ਪੁਲਿਸ ਉਹਨਾਂ ਦੇ ਨਾਲ ਸੀਗੀ, ਉਹਨਾਂ ਨੇ ਆ ਕੇ ਉਹਦੀ ਕਬਰ ਦੀ ਖੁਦਾਈ ਕੀਤੀ ਆ ਤੇ ਵਿੱਚੋਂ ਜਿਹੜੇ ਉਹਨਾਂ ਦੇ ਸੋਨੇ ਜ਼ੇਵਰ ਸੀਗੇ ਵਾਹ ਸ਼ਾਹ ਸਾਹਿਬ ਨੂੰ ਕੱਢਿਆ, ਕੱਢ ਕੇ ਤੇ ਲੈ ਗਏ। ਇਹੀ ਜਿਹੜੇ ਮਾਮਲਾਤ ਆ ਇਹ ਬਹੁਤ ਸਾਰੇ ਹੋਏ ਆ ਸਿਆਲਕੋਟ ਦੇ ਇਲਾਕੇ 'ਚ, ਗੁਜਰਾਂਵਾਲਾ ਦੇ ਇਲਾਕੇ 'ਚ, ਲੇਕਿਨ ਅਸੀਂ ਲੋਕ ਨਹੀਂ ਸਮਝਦੇ। ਸਾਡੇ ਕੋਲ ਕਿਸੇ ਵੀ ਕਬਰ ਦੀ ਕੋਈ ਤਫਸੀਲ ਨਹੀਂ ਹੁੰਦੀ ਕਿ ਇਹ ਕੀ ਚੀਜ਼ ਆ ਕੀ ਨਹੀਂ ਹੈਗੀ। ਅਸੀਂ ਉਹਨੂੰ ਬਸ ਖੜੀ ਕਰੀਦਾ, ਉਹਦੇ ਤੇ ਦਰਬਾਰ ਬਣਾਈਦਾ ਆ, ਆਪਣਾ ਪੈਸੇ ਕਮਾਉਣ ਦਾ ਜਿਹੜਾ ਜ਼ਰੀਆ ਉਹ ਸ਼ੁਰੂ ਕਰ ਲਈਦਾ ਹੈ। ਹੁਣ ਇਹ ਵਾਹ ਸ਼ਾਹ ਸਾਹਿਬ ਜਿਹੜੇ ਆ ਉੱਥੇ ਜਿਹੜੇ ਹੁਣ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਆ, ਉਹਦੇ 'ਚ ਵੇਖੋ ਕਿ ਲੋਕ ਹਜੇ ਵੀ ਕਹਿ ਰਹੇ ਆ ਕਿ ਉਹਨਾਂ ਦੇ ਖੁਰੇ ਨੱਪੋ, ਖੁਰਿਆਂ ਨੂੰ ਰੱਖੋ, ਅਸੀਂ ਖੋਜੀ ਸਕਦੇ ਹਾਂ ਤੇ ਵੇਖਦੇ ਹਾਂ ਕੌਣ ਲੈ ਗਿਆ। ਬਈ ਮਾਲਕ ਆਏ ਸੀ, ਮਾਲਕਾਂ ਨਾਲ ਪੁਲਿਸ ਦੀ ਨਫਰੀ ਲਈ ਆ, ਲੈ ਕੇ ਆਪਣਾ ਮਾਲ ਕੱਢਿਆ, ਕੱਢ ਕੇ ਚਲੇ ਗਏ। ਇਸੇ ਤਰ੍ਹਾਂ ਦੀ ਇੱਕ ਮਿਸਾਲ ਸਿਆਲਕੋਟ 'ਚ ਹੋਈ ਸੀ ਕਿ ਉਹਨਾਂ ਨੇ ਜਾਣ ਤੋਂ ਪਹਿਲੇ ਨਾ ਜਿਹੜੀਆਂ ਕੀਲੀਆਂ ਹੁੰਦੀਆਂ ਨੇ ਜਿੱਥੇ ਕੱਪੜੇ ਟੰਗੀ ਦੇ ਉਹ ਵੀ ਉਹਨਾਂ ਨੇ ਸੋਨੇ ਦੀਆਂ ਬਣਾਈਆਂ ਸੀਗੀਆਂ, ਤੇ ਉਹ ਜਾਣ ਤੋਂ ਪਹਿਲੇ ਉਹਨਾਂ ਕੀਲੀਆਂ ਦੇ ਉੱਤੇ ਰੰਗ ਮਾਰ ਗਏ। ਤੇ ਜਿਹੜੀ ਫੈਮਿਲੀ ਉਸ ਘਰ ਦੇ ਵਿੱਚ ਆ ਕੇ ਆਬਾਦ ਹੋਈ ਆ ਉਹਨੇ ਇੰਨੀ ਕਦੀ ਸੋਚਿਆ ਹੀ ਨਹੀਂ ਵੀ ਇਹ ਕੀਲੀਆਂ ਸੋਨੇ ਦੀਆਂ ਹੋ ਸਕਦੀਆਂ। ਇਹ ਜਦੋਂ ਕਰਤਾਰਪੁਰ ਖੁੱਲਿਆ ਆ ਉਸ ਤੋਂ ਬਾਅਦ ਉਹ ਸਿੱਖ ਯਾਤਰੀ ਇੱਧਰ ਆਏ ਆ, ਉਹ ਆਪਣੇ ਘਰ ਆਏ ਆ, ਨਾਲ ਉਹਨਾਂ ਦੀ ਪੁਲਿਸ ਵੀ ਸੀਗੀ, ਉਹਨਾਂ ਨੇ ਉਹ ਕੀਲੀਆਂ ਲਾਈਆਂ ਤੇ ਲਾ ਕੇ ਲੈ ਗਏ। ਤੇ ਇਹ ਮਾਮਲਾ ਹੋਇਆ ਵਾ ਖੁਦਾਰਾ, ਜਿਸ ਤਰ੍ਹਾਂ ਹੱਕ ਖਤੀਬ ਸਾਹਿਬ ਸ਼ੁਭ ਸਰਕਾਰ ਦਾ ਰੌਲਾ ਚੱਲ ਰਿਹਾ, ਤੇ ਉਹ ਹੁਣ ਤੁਸੀਂ ਵੇਖ ਹੀ ਰਹੇ ਹੋ ਕਿ ਕੀ ਰੌਲਾ ਚੱਲ ਰਿਹਾ। ਵੀ ਉਹ ਹੁਣ ਦਮ ਕਰਦਾ ਤੇ ਬੰਦਾ ਜੇ ਲੰਗੜਾ ਤੇ ਉਹ ਵੀ ਖੜਾ ਹੋ ਜਾਂਦਾ, ਜੇ ਅੰਨਾ ਤੇ ਉਹਨੂੰ ਨਜ਼ਰ ਆਉਣ ਲੱਗ ਪੈਂਦਾ। ਯਾਰ ਕੋਈ ਮੰਨਣ ਵਾਲੀ ਗੱਲ ਹੈ? ਮੰਨਿਆ ਕਿ ਬਜ਼ੁਰਗ ਸੀਗੇ, ਬਜ਼ੁਰਗਾਂ ਕੋਲ ਕਰਾਮਾਤ ਹੁੰਦੀਆਂ ਸੀਗੀਆਂ, ਲੇਕਿਨ ਅੱਜ ਦੇ ਦੌਰ ਦੇ ਵਿੱਚ ਬਜ਼ੁਰਗ ਘੱਟ ਤੇ ਡਰਾਮੇਬਾਜ਼ ਜ਼ਿਆਦੇ ਆ। ਤੇ ਇਹ ਸਟੋਰੀ ਸੁਣ ਕੇ ਤੁਹਾਨੂੰ ਕੀ ਲੱਗਿਆ? ਜੇ ਤੁਹਾਡੇ ਕੋਲ ਇਹਦੇ ਬਾਰੇ 'ਚ ਕੋਈ ਮਾਲੂਮਾਤ ਹੈਗੀਆਂ, ਕਿਉਂਕਿ ਕਸੂਰ ਦਾ ਇਲਾਕਾ ਡਾਕਖਾਨਾ ਹੈ ਉਸਮਾਨ ਵਾਲਾ, ਉੱਥੇ ਇਹ ਮਾਮਲਾ ਹੋਇਆ ਵਾ। ਜੇ ਤੁਹਾਡੇ ਕੋਲ ਕੋਈ ਮਾਲੂਮਾਤ ਹੈਗੀਆਂ ਤਾਂ ਕਮੈਂਟ 'ਚ ਜ਼ਰੂਰ ਦੱਸੋ, ਜਾਂ ਫਿਰ ਨੰਬਰ ਤੇ ਆ ਜਾਓ, WhatsApp ਨੰਬਰ ਮੇਰਾ ਤੁਹਾਨੂੰ ਮਿਲ ਜਾਏਗਾ। ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।